Hello dear students, welcome again to our channel How to Simplify. Please subscribe our channel to get update on the new topics regularly. If anyone have any difficulty or doubt, please feel free to write in the comments or contact us as per mentioned in the description. Today we will discuss about formulation of LPP. I had already discussed about this topic in my first video, LPP with graphic method, but that time more focus was on graphic method. In my view, it is the most important topic of this chapter, as without accurate formulation, graphic or simplex methods are not possible. Some student requested for this topic, so today I am going to explain this topic with more detail and some tips. In this lecture I will use question paper from the last year papers of BCom of Guru Nanak Dev University. Let's start the topic. ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਾਂਗੇ ਮੀਨਿੰਗ ਆਫ ਫਾਰਮੂਲੇਸ਼ਨ. Formulation basically converting the theoretical problems into mathematical equations or model. Means ਸਾਨੂੰ ਇੱਕ theoretical question ਮਿਲੇਗਾ, ਅਸੀਂ ਉਸ question ਨੂੰ equation ਦੀ form ਦੇ ਵਿੱਚ ਔਰ ਇੱਕ mathematical model ਦੀ form ਦੇ ਵਿੱਚ convert ਕਰਨਾ ਆ. ਸਾਡਾ ਇੱਕ standard mathematical model ਹੁੰਦਾ ਆ. ਸਭ ਤੋਂ ਪਹਿਲਾਂ ਸਾਡੇ ਕੋਲ objective function ਹੁੰਦਾ ਆ, ਉਹਦੇ ਵਿੱਚ ਸਾਡੇ ਕੋਲ ਜਾਂ ਤਾਂ maximize ਹੋਏਗਾ ਜਾਂ ਉਹ minimize ਹੋਏਗਾ. Z equal to ਕੋਫੀਸ਼ੀਐਂਟ ਮੈਂ ਇੱਥੇ C1 ਲਿਖਿਆ ਆ ਆਫ x ਪਲੱਸ ਕੋਫੀਸ਼ੀਐਂਟ ਆਫ y. ਸਮ ਅਗਰ ਸਾਡੇ ਕੋਲ ਹੋਰ ਜ਼ਿਆਦਾ ਵੇਰੀਏਬਲ ਹੋਏ ਤਾਂ ਹੋਰ ਜ਼ਿਆਦਾ ਕੋਫੀਸ਼ੀਐਂਟ ਹੋ ਸਕਦੇ ਆ. ਨੋਰਮਲੀ ਅਸੀਂ ਉਹਨਾਂ ਨੂੰ C1 ਦੀ ਨੋਟੇਸ਼ਨ ਦਿੰਦੇ ਹਾਂ, C1 C2 C3 ਔਰ ਕੰਬਾਈਨਡ ਨੇਮ ਅਸੀਂ CJ ਅਸੀਂ ਯੂਜ਼ ਕਰ ਲੈਂਦੇ ਹਾਂ ਉਹਦੇ ਵਾਸਤੇ. CJ ਮੀਨਸ ਕੋਫੀਸ਼ੀਐਂਟ ਆਫ ਆਬਜੈਕਟਿਵ ਫੰਕਸ਼ਨ. ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸਾਡੇ ਕੋਲ ਰਿਸਟ੍ਰਿਕਸ਼ਨਸ ਹੁੰਦੀਆਂ, ਉਹਨਾਂ ਰਿਸਟ੍ਰਿਕਸ਼ਨ ਨੂੰ ਅਸੀਂ ਕੰਸਟ੍ਰੇਂਟਸ ਦਾ ਨਾਮ ਦਿੰਦੇ ਹਾਂ. ਰਾਈਟ ਹੈਂਡ ਸਾਈਡ ਕੰਸਟ੍ਰੇਂਟ ਵੈਲਿਊਜ਼ ਵੀ ਆਪਾਂ ਕਹਿੰਦੇ ਹਾਂ. ਜਿਸ ਤਰ੍ਹਾਂ ਮੇਰੇ ਕੋਲ ਜਿਹੜੀ ਫਸਟ ਕੰਸਟ੍ਰੇਂਟ ਆ ਉਹ ਲੈਸ ਦੈਨ ਇਕੁਅਲ ਟੂ ਵਾਲੀ ਆ, ਉਹ ਮੈਕਸੀਮਮ ਲਿਮਿਟ ਵਾਲੀ ਆ. ਸੈਕਿੰਡ ਗ੍ਰੇਟਰ ਦੈਨ ਇਕੁਅਲ ਟੂ ਆ, ਮੀਨਸ ਮਿਨੀਮਮ ਲਿਮਿਟ ਦੱਸੀ ਹੋਈ ਹੈ ਕਿ ਉਸ ਤੋਂ ਜ਼ਿਆਦਾ ਅਸੀਂ ਕ੍ਰੀਏਟ ਕਰਨਾ ਹੈ. ਔਰ ਥਰਡ ਹੈ ਐਗਜ਼ੈਕਟਲੀ, ਉਹਦੇ ਵਿੱਚ ਲੈਸ ਦੈਨ ਜਾਂ ਇਕੁਅਲ ਟੂ ਨਹੀਂ ਹੈ, ਐਗਜ਼ੈਕਟ ਵੈਲਿਊਜ਼ ਲਿਖੀਆਂ ਹੋਈਆਂ ਆ. ਔਰ ਲਾਸਟ ਵਿੱਚ ਹੈ ਮੇਰੇ ਕੋਲ ਨੋਨ ਨੈਗੇਟਿਵਿਟੀ ਕੰਸਟ੍ਰੇਂਟ. ਇਹਦੇ ਵਿੱਚ ਜਿਹੜਾ ਮੈਂ ਇੱਕ ਮੈਟ੍ਰਿਕਸ ਫਾਰਮ ਦੇ ਐਲੀਮੈਂਟਸ AIJ A11 A12 ਲਿਖੇ ਆ. ਇਟ ਮੀਨਸ ਟੈਕਨੋਲੋਜੀਕਲ ਕੋਫੀਸ਼ੀਐਂਟ. ਇਹ ਟੈਕਨੀਕਲ ਨੇਮ ਆ, ਇਹਦੇ ਬਾਰੇ ਜ਼ਿਆਦਾ ਕਨਫਿਊਜ਼ ਹੋਣ ਦੀ ਲੋੜ ਨਹੀਂ, ਬਟ ਸਾਡਾ ਸਟੈਂਡਰਡ ਹਰ ਵਾਰ ਮਾਡਲ ਇਸੇ ਟਾਈਪ ਦਾ ਬਣੇਗਾ. ਪਹਿਲਾਂ ਆਬਜੈਕਟਿਵ ਫੰਕਸ਼ਨ ਬਣੇਗਾ, ਫਿਰ ਇਸ ਤਰ੍ਹਾਂ ਅਸੀਂ ਟੈਕਨੋਲੋਜੀਕਲ ਕੋਫੀਸ਼ੀਐਂਟ ਪਤਾ ਕਰਾਂਗੇ, ਕੰਸਟ੍ਰੇਂਟਸ ਪਤਾ ਕਰਾਂਗੇ, ਔਰ ਲਾਸਟ ਵਿੱਚ ਨੋਨ ਨੈਗੇਟਿਵਿਟੀ ਕੰਸਟ੍ਰੇਂਟ x, y ਗ੍ਰੇਟਰ ਦੈਨ ਇਕੁਅਲ ਟੂ 0 ਅਸੀਂ ਮੈਂਸ਼ਨ ਕਰਾਂਗੇ. ਮੈਜੋਰਿਟੀ ਕੁਐਸਚਨ ਵਿੱਚ ਇਹ ਨੋਨ ਨੈਗੇਟਿਵਿਟੀ ਕੰਸਟੈਂਟ ਆਏਗੀ. ਬਾਅਦ ਵਿੱਚ ਕੁਛ ਕੁਐਸਚਨ ਸਾਡੇ ਕੋਲ ਇਹੋ ਜਿਹੇ ਵੀ ਆ ਜਾਂਦੇ ਆ ਜਿਹਦੇ ਵਿੱਚ ਵੇਰੀਏਬਲ ਦੇ ਨੋਨ ਨੈਗੇਟਿਵਿਟੀ ਕੰਸਟੈਂਟ ਨਾ ਹੋ ਕੇ ਅਨਰਿਸਟ੍ਰਿਕਟਡ ਇਨ ਸਾਈਨ ਬਾਰੇ ਲਿਖਿਆ ਹੁੰਦਾ ਆ. ਅਨਰਿਸਟ੍ਰਿਕਟਡ ਇਨ ਸਾਈਨ ਮੀਨਸ ਉਹ ਨੈਗੇਟਿਵ ਵੈਲਿਊਜ਼ ਹੋ ਸਕਦੀ ਆ. ਫੋਰ ਐਗਜ਼ਾਮਪਲ ਜਿੱਦਾਂ ਸੈਂਸੈਕਸ ਦਾ ਆਪਾਂ ਦੇਖਦੇ ਹਾਂ, ਪ੍ਰਾਈਸ ਵੱਧਦਾ ਘਟਦਾ ਆ, ਗਰੋਥ ਇਨਕਰੀਜ਼ ਡਿਕਰੀਜ਼ ਕਰ ਸਕਦੀ ਆ, ਇਨਫਲੇਸ਼ਨ ਔਰ ਡੀਫਲੇਸ਼ਨ ਕਨਵਰਟ ਹੋ ਸਕਦੀ ਹੈ. ਉਹਨਾਂ ਕੇਸਿਸ ਦੇ ਵਿੱਚ ਸਾਡੇ ਵੇਰੀਏਬਲ ਦਾ ਅਨਰਿਸਟ੍ਰਿਕਟਡ ਇਨ ਸਾਈਨ ਵੀ ਹੋ ਸਕਦਾ ਆ. ਸਭ ਤੋਂ ਪਹਿਲਾਂ ਮੈਂ ਸਟੈਪਸ ਬਾਰੇ ਮੈਂਸ਼ਨ ਕਰੂੰਗਾ. ਆਈ ਹੋਪ ਕਿ ਜੇ ਤੁਹਾਨੂੰ ਇਹ ਸਟੈਪਸ ਕਲੀਅਰ ਹੋ ਜਾਣ ਅਤੇ ਕਾਫੀ ਈਜ਼ੀ ਹੋ ਜਾਂਦਾ ਸਾਨੂੰ ਫਾਰਮੂਲੇਟ ਕਰਨਾ. ਸਭ ਤੋਂ ਪਹਿਲਾ ਸਟੈਪ ਆ, ਅਸੀਂ ਕੁਐਸਚਨ ਨੂੰ ਰੀਡ ਆਊਟ ਕਰਕੇ ਉਹਦੇ ਵਿੱਚੋਂ ਇਹ ਪਤਾ ਕਰਨਾ ਹੈ ਕਿ ਸਾਡਾ ਆਬਜੈਕਟਿਵ ਫੰਕਸ਼ਨ ਮੈਕਸੀਮਾਈਜ਼ ਹੈ ਜਾਂ ਮਿਨੀਮਾਈਜ਼ ਹੈ. ਮੈਕਸੀਮਾਈਜ਼ ਨੋਰਮਲੀ ਤਾਂ ਮੈਂਸ਼ਨ ਕੀਤਾ ਹੋਏਗਾ, ਅਗਰ ਮੈਂਸ਼ਨ ਨਹੀਂ ਕੀਤਾ ਹੋਏਗਾ ਅਤੇ ਅਗਰ ਪ੍ਰੋਫਿਟ ਸੇਲਸ ਦਾ ਵੈਲਿਊ ਦੀ ਗੱਲ ਕਰ ਰਹੇ ਹਾਂ ਤਾਂ ਇਟ ਮੀਨਸ ਉਹ ਮੈਕਸੀਮਾਈਜ਼ ਆ. ਅਗਰ ਕੋਸਟ ਟਾਈਮ ਜਾਂ ਡਿਸਟੈਂਸ ਦੀ ਗੱਲ ਕਰ ਰਹੇ ਹਾਂ ਇਟ ਮੀਨਸ ਉਹ ਮਿਨੀਮਾਈਜ਼ ਹੈ. ਮੀਨਸ ਸਭ ਤੋਂ ਪਹਿਲਾਂ ਅਸੀਂ ਇਹ ਪਤਾ ਕਰਨਾ ਕਿ ਸਾਡਾ ਆਬਜੈਕਟਿਵ ਫੰਕਸ਼ਨ ਅਸੀਂ ਪਤਾ ਕੀ ਕਰਨਾ ਚਾਹੁੰਦੇ ਹਾਂ, ਜੋ ਪਤਾ ਕਰਨਾ ਚਾਹੁੰਦੇ ਉਹ ਸਾਡਾ ਆਬਜੈਕਟਿਵ ਹੁੰਦਾ ਹੈ, ਉਹ ਮੈਕਸੀਮਾਈਜ਼ ਹੈ ਜਾਂ ਮਿਨੀਮਾਈਜ਼ ਹੈ. ਸੈਕਿੰਡ ਹੈ ਡਿਸੀਜ਼ਨ ਵੇਰੀਏਬਲ ਫਾਈਂਡ ਆਊਟ ਕਰਨੇ. ਕਿਹੜੇ ਵੇਰੀਏਬਲ ਆ ਜਿਹੜੇ ਆਬਜੈਕਟਿਵ ਫੰਕਸ਼ਨ ਦੇ ਨਾਲ ਰਿਲੇਟਡ ਆ, ਜਿਨ੍ਹਾਂ ਉੱਤੇ ਅਸੀਂ ਡਿਸੀਜ਼ਨ ਬਣਾਉਣਾ ਆ. ਨੋਰਮਲੀ ਇਹ ਡਿਸੀਜ਼ਨ ਵੇਰੀਏਬਲ ਨੰਬਰ ਆਫ ਯੂਨਿਟਸ ਦੀ ਫਾਰਮ 'ਚ ਹੁੰਦੇ ਆ. ਅਗਰ ਮੇਰੇ ਕੋਲ 2 ਪ੍ਰੋਡਕਟ ਆ, ਪ੍ਰੋਡਕਟ 1, ਉਹਦੇ ਮੈਂ ਕਿੰਨੇ ਯੂਨਿਟ ਬਣਾਊਂਗਾ? x ਹੋਏਗਾ ਮੇਰਾ ਨੰਬਰ ਆਫ ਯੂਨਿਟ ਆਫ ਪ੍ਰੋਡਕਟ 1 ਔਰ y ਹੋਏਗਾ ਨੰਬਰ ਆਫ ਯੂਨਿਟਸ ਆਫ ਪ੍ਰੋਡਕਟ 2. ਮੀਨਸ ਡਿਸੀਜ਼ਨ ਵੇਰੀਏਬਲ ਕਿ ਸਾਨੂੰ ਉਹ ਦੱਸੇਗਾ ਕਿ ਅਸੀਂ ਗਿਵਨ ਪ੍ਰੋਡਕਟਸ ਦੇ ਕਿੰਨੇ ਯੂਨਿਟ ਫਾਰਮ ਕਰੀਏ ਕਿ ਸਾਡਾ ਆਬਜੈਕਟਿਵ ਫੰਕਸ਼ਨ ਆਪਟੀਮਮ ਹੋ ਜਾਵੇ. ਜੇ ਮੈਕਸੀਮਮ ਆ ਤਾਂ ਮੈਕਸੀਮਾਈਜ਼ ਹੋ ਜਾਵੇ, ਜੇ ਮਿਨੀਮਮ ਆ ਤਾਂ ਮਿਨੀਮਾਈਜ਼ ਹੋ ਜਾਵੇ. ਥਰਡ ਹੈ ਅਸੀਂ ਰਿਸਟ੍ਰਿਕਸ਼ਨਸ ਫਾਈਂਡ ਆਊਟ ਕਰਨੀਆਂ, ਰਾਈਟ ਹੈਂਡ ਸਾਈਡ ਕੰਸਟ੍ਰੇਂਟਸ ਦੇਖਣੀਆਂ ਆ.
ਇਹ ਨੋਰਮਲੀ ਕਲੀਅਰ ਹੋ ਜਾਂਦੀਆਂ। ਇਹ ਆਮ ਤੌਰ 'ਤੇ 3 ਟਾਈਪ 'ਚ ਹੁੰਦੀਆਂ, ਜਾਂ ਤਾਂ ਉਹ ਲਿਮਿਟਸ ਰੱਖੀ ਹੁੰਦੀ ਆ ਕਿ ਮੈਕਸਿਮਮ ਲੈਵਲ ਤੋਂ ਇਸ ਤੋਂ ਜ਼ਿਆਦਾ ਨਹੀਂ ਅਸੀਂ ਯੂਜ਼ ਕਰ ਸਕਦੇ, ਇਟ ਮੀਨਸ ਉਹ ਲੈਸ ਦੈਨ ਇਕੁਅਲ ਟੂ ਆ। ਕਈ ਵਾਰ ਲਿਖਿਆ ਹੁੰਦਾ ਕਿ ਘੱਟੋ ਘੱਟ ਇਹ ਸਾਨੂੰ ਇੰਨਾ ਪ੍ਰੋਡਕਟ ਜ਼ਰੂਰ ਚਾਹੀਦਾ ਆ, ਇਟ ਮੀਨਸ ਉਹ ਮਿਨੀਮਾਈਜੇਸ਼ਨ ਦੀ ਗੱਲ ਕਰ ਰਹੇ ਆ। ਔਰ ਰੇਅਰ ਕੇਸਿਸ ਵਿੱਚ ਜਾਂ ਸਮ ਟਾਈਮ ਸਾਨੂੰ ਐਗਜ਼ੈਕਟ ਨੰਬਰ ਵੀ ਆ ਜਾਂਦੇ ਆ, ਉਦੋਂ ਅਸੀਂ ਇਕੁਅਲ ਟੂ ਕੰਸਟ੍ਰੇਂਟ ਯੂਜ਼ ਕਰਾਂਗੇ, ਉਸ ਵੇਲੇ ਇਨ ਇਕੁਏਸ਼ਨ ਨਹੀਂ ਹੋਏਗੀ। ਚੌਥੇ ਨੰਬਰ 'ਤੇ ਜਿਹੜਾ ਜ਼ਿਆਦਾ ਡਿਫਿਕਲਟ ਕੰਮ ਹੁੰਦਾ ਆ ਉਹ ਹੁੰਦਾ ਟੈਕਨੋਲੋਜੀਕਲ ਕੋਫੀਸ਼ੀਐਂਟਸ ਨੂੰ ਰਾਈਟ ਹੈਂਡ ਸਾਈਡ ਕੰਸਟ੍ਰੇਂਟਸ ਦੇ ਨਾਲ ਮੈਚ ਕਰਨਾ। ਨੋਰਮਲੀ ਸਮਟਾਈਮ ਸਟੂਡੈਂਟ ਕਨਫਿਊਜ਼ ਹੋ ਜਾਂਦੇ ਆ, ਉਹ ਸਾਨੂੰ ਟੈਬੂਲਰ ਫਾਰਮ ਦੇ ਵਿੱਚ ਵੀ ਕੁਐਸਚਨ ਦੇ ਦਿੰਦੇ ਆ। ਉਹਨੂੰ ਮੈਂ ਥੋੜ੍ਹਾ ਜਿਹਾ ਐਗਜ਼ਾਮਪਲ ਨਾਲ ਤੁਹਾਨੂੰ ਐਕਸਪਲੇਨ ਕਰਦਾ ਹਾਂ। ਉਸ ਵੇਲੇ ਖਿਆਲ ਰੱਖਣ ਦੀ ਲੋੜ ਹੈ ਕਿ ਜਦੋਂ ਵੀ ਅਸੀਂ ਟੈਕਨੋਲੋਜੀਕਲ ਕੋਫੀਸ਼ੀਐਂਟ ਯੂਜ਼ ਕਰਨੇ ਆ ਅਤੇ ਅਸੀਂ ਕੰਸਟ੍ਰੇਂਟ ਦੇ ਅਕੋਰਡਿੰਗਲੀ ਲੈਣੇ ਆ। ਮੀਨ ਜਿਹੜਾ ਫਸਟ ਵੇਰੀਏਬਲ ਨਾਲ ਰਿਲੇਟਡ ਆ, ਸੈਕੰਡ ਵੇਰੀਏਬਲ ਨਾਲ ਰਿਲੇਟਡ ਆ, ਮੀਨਸ ਉਹਦੇ 'ਚ ਸਾਰੇ ਵੇਰੀਏਬਲ ਯੂਜ਼ ਹੋਣੇ ਚਾਹੀਦੇ ਆ ਕੰਸਟ੍ਰੇਂਟਸ ਦੇ ਨਾਲ। ਔਰ ਲਾਸਟ ਵਿੱਚ ਸਾਡੇ ਕੋਲ ਜਿਹੜੀ ਲਾਸਟ ਕੰਸਟ੍ਰੇਂਟ ਹੋਏਗੀ ਨੋਨ ਨੈਗੇਟਿਵਿਟੀ ਕੰਸਟ੍ਰੇਂਟ। ਮੀਨਸ ਅਸੀਂ ਸਾਰੇ ਵੇਰੀਏਬਲਸ ਦੀ ਵੈਲਿਊ ਇਹ ਜਨਰਲੀ ਅਜ਼ਿਊਮ ਕਰਨੀ ਆ ਪੋਜ਼ੀਟਿਵ ਔਰ ਜ਼ੀਰੋ, ਸਮ ਟਾਈਮ ਅਨਰਿਸਟ੍ਰਿਕਟਡ ਇਨ ਸਾਈਨ ਹੋ ਸਕਦੀ ਆ। ਮੈਂ ਟੈਕਨੋਲੋਜੀਕਲ ਕੋਫੀਸ਼ੀਐਂਟਸ ਬਾਰੇ ਥੋੜ੍ਹਾ ਜਿਹਾ ਹੋਰ ਐਕਸਪਲੇਨ ਕਰਦਾ। ਫੋਰ ਐਗਜ਼ਾਮਪਲ ਸਾਡੇ ਕੋਲ ਲੇਬਰ ਆਵਰਸ ਔਰ ਮਸ਼ੀਨਸ ਆਵਰ ਇਹ ਸਾਡੇ ਕੰਸਟ੍ਰੇਂਟਸ ਹੈਗੀਆਂ ਆ, ਔਰ ਟੈਕਨੋਲੋਜੀਕਲ ਕੋਫੀਸ਼ੀਐਂਟ ਸਾਡੇ 15, 18, 20 ਔਰ 17 ਹੈਗੇ ਆ। ਪ੍ਰੋਡਕਟ ਸਾਡੇ A ਔਰ B ਆ, ਔਰ A ਔਰ B ਸਾਡੇ ਡਿਸੀਜਨ ਵੇਰੀਏਬਲ ਆ। ਇਸ ਕਰਕੇ ਜਦੋਂ ਸਾਡੀ ਲੇਬਰ ਦੀ ਕੰਸਟੈਂਟ ਲਿਖਣੀ ਆ, ਅਤੇ ਅਸੀਂ ਕਾਲਮ ਵਾਈਜ਼ ਅਪ ਟੂ ਡਾਊਨ ਲਿਖਣਾ ਆ। 15 ਇੰਟੂ ਫਸਟ ਵੇਰੀਏਬਲ ਦਾ ਨੰਬਰ, ਜੇ A ਨੂੰ ਅਸੀਂ X ਮੰਨ ਲਿਆ 15X, B ਨੂੰ ਅਗਰ Y ਮੰਨ ਰਹੇ ਆ ਤਾਂ 20Y, ਔਰ ਸਮ ਕਰਕੇ ਅਗਰ ਮੈਕਸੀਮਮ ਆ ਤਾਂ ਲੈਸ ਦੈਨ ਇਕੁਅਲ ਟੂ 35। ਸਿਮਿਲਰਲੀ ਮਸ਼ੀਨ ਆਵਰਸ ਵੀ ਅਪ ਟੂ ਡਾਊਨ, ਸਮਟਾਈਮ ਸਟੂਡੈਂਟ ਉਹ ਰੋ ਵਾਈਜ਼ ਲੈ ਲੈਂਦੇ ਆ। ਆਪਾਂ ਦੇਖਣਾ ਹੈ ਕਿ ਕੰਸਟ੍ਰੇਂਟ ਕਿਸ ਸਾਈਡ 'ਤੇ, ਅਗਰ ਕੰਸਟ੍ਰੇਂਟ ਟੌਪ 'ਤੇ ਲਿਖੀ ਹੋਈ ਆ ਫਿਰ ਅਪ ਟੂ ਡਾਊਨ, ਜਾਂ ਫਿਰ ਸੈਕਿੰਡ ਸਾਈਡ ਦੇਖੋ ਇੱਥੇ ਸਾਡੀ ਕੰਸਟ੍ਰੇਂਟ ਲੈਫਟ ਟੂ ਰਾਈਟ ਲਿਖੀ ਹੋਈ ਆ। ਇੱਥੇ ਮੀਨਸ ਵੇਰੀਏਬਲ ਦੇ ਓਪੋਜਿਟ ਸਾਈਡ 'ਤੇ ਜਾਣਾ ਆ, ਅਸੀਂ ਕੰਸਟ੍ਰੇਂਟ ਦੇ ਅਕੋਰਡਿੰਗਲੀ ਰਹਿਣਾ ਆ। ਮੀਨਸ 15 ਵੀ ਲੇਬਰ ਨਾਲ ਰਿਲੇਟਡ ਆ, 20 ਵੀ ਲੇਬਰ ਨਾਲ ਰਿਲੇਟਡ ਆ, ਲੇਕਿਨ ਦੋਨੋਂ ਉੱਪਰ ਵਾਲੇ ਵੇਰੀਏਬਲਸ ਨਾਲ ਰਿਲੇਟਡ ਆ। ਮੀਨਸ ਮਸ਼ੀਨ ਆਵਰਸ ਅਲੱਗ ਰੱਖਣੇ ਆ, ਲੇਬਰ ਆਵਰਸ ਅਲੱਗ ਰੱਖਣੇ ਆ। ਮੀਨਸ ਅਗਰ ਸਾਡੀ ਅਗਰ ਟੇਬਲ ਦਿੱਤਾ ਹੋਇਆ ਹੈ, ਟੇਬਲ ਦੇ ਵਿੱਚ ਅਗਰ ਅਪ ਟੂ ਡਾਊਨ ਵੈਲਿਊਜ਼ ਆ ਅਤੇ ਉਹਨਾਂ ਵੈਲਿਊਜ਼ ਨੂੰ ਤੁਸੀਂ ਅਪ ਟੂ ਡਾਊਨ ਦੇ ਅਕੋਰਡਿੰਗਲੀ ਇੱਕ ਪਹਿਲੀ ਕੰਸਟੈਂਟ ਬਣਾਉਣੀ ਆ। ਅਗਰ ਸਾਡੇ ਕੋਲ ਹੌਰੀਜੈਂਟਲ ਹੈ ਤਾਂ ਅਸੀਂ ਹੌਰੀਜੈਂਟਲ ਦੇ ਅਕੋਰਡਿੰਗਲੀ ਬਣਾਉਣੀ ਹੈ। ਇਸ ਕਰਕੇ ਇਸ ਚੀਜ਼ ਨੂੰ ਜ਼ਰੂਰ ਚੈੱਕ ਕਰਨਾ, ਜ਼ਿਆਦਾ ਪ੍ਰੋਪਰ ਕਲੀਅਰ ਹੋਏਗਾ ਤੁਹਾਨੂੰ ਐਗਜ਼ਾਮਪਲ ਦੇ ਨਾਲ। ਆਪਾਂ ਐਗਜ਼ਾਮਪਲ ਲੈਂਦੇ ਹਾਂ। ਸਾਡੇ ਕੋਲ ਫਸਟ ਐਗਜ਼ਾਮਪਲ ਆ, ਉਹਦੇ ਵਿੱਚ ਲਿਖਿਆ ਹੋਇਆ ਆ ਕਿ ਬੈਸਟ ਪ੍ਰਾਈਸ ਮੈਨੂਫੈਕਚਰਿੰਗ ਕੰਪਨੀ ਮੇਕਸ 2 ਪ੍ਰੋਡਕਟ 1 and 2 which are sold in the market at a profit of ₹25 and ₹30 respectively. Both products are processed in 3 departments A, B and C. Available labor are in the department A, B, C for the next month are 450, 350 and 50 respectively. Product 1 required 1.5, 2.0 and 0.25 hours in the department A, B, C respectively, while product 2 required 3, 1 and 0.25 hours in department A, B, C respectively. Formulate the problem in mathematical form. ਸਭ ਤੋਂ ਪਹਿਲਾਂ ਅਸੀਂ ਚੈੱਕ ਕਰੀਏ, ਉਹਨਾਂ ਨੇ ਉੱਤੇ ਪ੍ਰੋਫਿਟ ਦੀ ਗੱਲ ਕੀਤੀ ਆ, ਇਟ ਮੀਨਸ ਸਾਡੇ ਕੋਲ ਸਭ ਤੋਂ ਪਹਿਲਾਂ ਅਸੀਂ ਫਾਈਂਡ ਆਊਟ ਕਰਨਾ ਹੈ ਸਾਡਾ ਆਬਜੈਕਟਿਵ ਫੰਕਸ਼ਨ ਕੀ ਆ, ਮੈਕਸੀਮਾਈਜ਼ ਔਰ ਮਿਨੀਮਾਈਜ਼। ਪ੍ਰੋਫਿਟ ਮੀਨਸ ਉਹ ਮੈਕਸੀਮਾਈਜ਼ ਦੀ ਗੱਲ ਕਰ ਰਿਹਾ, ਉਹਨਾਂ ਨੇ ਲਾਸਟ ਵਿੱਚ ਕਲੀਅਰ ਕੁਛ ਨਹੀਂ ਲਿਖਿਆ, ਇਸ ਕਰਕੇ ਸਾਡੀ ਪਹਿਲੀ ਇੱਥੇ ਕੰਡੀਸ਼ਨ ਕਲੀਅਰ ਹੈ ਕਿ ਸਾਡਾ ਆਬਜੈਕਟਿਵ ਫੰਕਸ਼ਨ ਮੈਕਸੀਮਾਈਜ਼ ਹੈ। ਉਸ ਤੋਂ ਬਾਅਦ ਡਿਸੀਜਨ ਵੇਰੀਏਬਲ, ਅਸੀਂ ਡਿਸੀਜਨ ਕਿਹਦੇ 'ਤੇ ਬਣਾਉਣਾ ਆ, ਕਿਉਂਕਿ ਉਹ 2 ਪ੍ਰੋਡਕਟ ਬਣਾ ਰਿਹਾ ਹੈ, ਪ੍ਰੋਡਕਟ 1 and 2 ਰਾਈਟ, ਔਰ ਉਹਨਾਂ ਨੇ ਕੰਡੀਸ਼ਨ ਲਿਖੀ ਹੋਈ ਆ ਸਾਡੇ ਕੋਲ ਲੇਬਰ ਆਵਰ ਔਰ ਮਸ਼ੀਨ ਪ੍ਰੋਡਕਟ 1 ਔਰ ਪ੍ਰੋਡਕਟ 2 ਦੇ ਲੇਬਰ ਆਵਰਸ ਦੀ ਕੰਡੀਸ਼ਨ ਦੱਸੀ ਹੋਈ ਆ ਕਿ ਸਾਡੇ ਕੋਲ ਕਿੰਨੇ ਕਿੰਨੇ ਲੇਬਰ ਆਵਰ ਅਵੇਲੇਬਲ ਹੈ। ਇਟ ਮੀਨਸ ਸਾਡਾ ਡਿਸੀਜਨ ਵੇਰੀਏਬਲ ਪ੍ਰੋਡਕਟ 1 ਐਂਡ ਪ੍ਰੋਡਕਟ 2 ਆ ਜਾਂਦਾ ਹੈ, ਰਾਈਟ। ਪ੍ਰੋਡਕਟ 1 ਨੂੰ ਮੈਂ ਐਕਸ ਲੈ ਰਿਹਾ ਕਿ ਕਿੰਨੇ ਪ੍ਰੋਡਕਟ ਬਣਾਵਾਂਗੇ, ਨੰਬਰ ਆਫ ਯੂਨਿਟ ਆਫ ਪ੍ਰੋਡਕਟ 1 ਇਟ ਇਜ਼ ਐਕਸ ਐਂਡ ਨੰਬਰ ਆਫ ਯੂਨਿਟਸ ਆਫ ਪ੍ਰੋਡਕਟ 2 ਇਜ਼ ਵਾਈ, ਔਰ ਪ੍ਰੋਫਿਟ ਸਾਨੂੰ ਗਿਵਨ ਹੈ 25 ਐਂਡ 30। ਇਸ ਕਰਕੇ ਸਾਡਾ C1 25 ਹੋ ਗਿਆ, C2 30 ਹੋ ਗਿਆ, ਔਰ ਸਾਡਾ ਮਾਡਲ ਕੀ ਸੀ C1 ਇੰਟੂ ਐਕਸ ਪਲੱਸ C2 ਇੰਟੂ ਵਾਈ। ਸੋ ਸਾਡਾ ਆਬਜੈਕਟਿਵ ਫੰਕਸ਼ਨ ਬਣ ਜਾਏਗਾ ਮੈਕਸੀਮਾਈਜ਼ Z ਇਕੁਅਲ ਟੂ 25x ਪਲੱਸ 30y, ਸਾਡੀ ਪਹਿਲੀ ਆਬਜੈਕਟਿਵ ਫੰਕਸ਼ਨ ਵਾਲਾ ਔਰ ਡਿਸੀਜਨ ਵੇਰੀਏਬਲ ਸਾਡਾ ਕਲੀਅਰ ਹੋ ਗਿਆ। ਉਸ ਤੋਂ ਬਾਅਦ ਕੰਸਟ੍ਰੇਂਟ, ਕਿਸ ਚੀਜ਼ ਦੀ ਰਿਸਟ੍ਰਿਕਸ਼ਨ ਆ,
अगर असीं उपर देखिए कि लेबर आवर्स इन डिपार्टमेंट ए बी एंड सी फॉर द नैक्सट मंथ आर 450 350 एंड 50 रिस्पैक्टिवली, ये लिमिट्स आ। तो उन्होंने कोल अगले महीने दे विच ए दे कोल सिर्फ 450 घंटे का काम है, मीनस अगर 9 बंदे होणगे और पर हैड परसन 50 आवर्स काम करता होएगा तो 450 हो गया। सिमिलरली 350 सैकेंड डिपार्टमेंट है और 50 थर्ड डिपार्टमेंट है। इट मीनस साडे कोल जिहड़ियां कंडीशन आ जिहड़ी जिहदे तो असीं बाहर नहीं जा सकते, वो है साडे लेबर आवर। और लेबर आवर असीं तिनों डिपार्टमेंट्स दे देख रहे हैं। फस्ट डिपार्टमेंट का 450 है, सैकेंड का 350 है, थर्ड का 50 है, क्योंकि ये साडे कोल मैक्सीमम है, इस तो ज़्यादा असीं लेबर आवर यूज़ नहीं कर सकते। इस करके साडी राइट हैंड साइड कंसटेंट थर्ड स्टैप साडा पूरा हो गया कि राइट हैंड साइड कंसटेंट किहड़ी है। उस तो बाद असीं इहनूं नोट डाउन करके टैक्नोलॉजिकल कोफिशिएंट मैंशन करांगे। साडे कोल पहलां आपां राइट हैंड साइड कंसटेंट्स दीयां वैल्यूज़ लिख लईआं, उस तो बाद टैक्नोलॉजिकल कोफिशिएंट्स। हुण देखो फस्ट प्रोडक्ट मीनस एक्स और सैकेंड प्रोडक्ट है वाई। फस्ट प्रोडक्ट का पहले डिपार्टमेंट का है 1.5 बिकॉज 1.5 2.0 एंड 0.25 आवर्स इन डिपार्टमेंट ए बी एंड सी रिस्पैक्टिवली। रिस्पैक्टिव मतलब फस्ट वैल्यू फस्ट नाल रिलेटेड है, सैकेंड सैकेंड नाल रिलेटेड है, थर्ड थर्ड नाल रिलेटेड है। सो ए इज़ फस्ट डिपार्टमेंट और ए डिपार्टमेंट की कंसटेंट है 450 और प्रोडक्ट फस्ट है एक्स। सो 1.5 किहदे नाल रिलेटेड है, एक्स नाल रिलेटेड। हुण सैकेंड प्रोडक्ट वाई आ, वाई दे विच पहला डिपार्टमेंट ए आ, उहदे नाल रिलेटेड कोफिशिएंट है 3, दैट इज़ द रिलेटेड टू बी डिपार्टमेंट। ठीक, सॉरी ए डिपार्टमेंट फस्ट प्रोडक्ट सैकेंड प्रोडक्ट इज़ वाई। वाई दे विच फस्ट डिपार्टमेंट साडे कोल ए आ और एक्स दे विच फस्ट डिपार्टमेंट ए है। 1.5 भी ए नूं बिलोंग करदा है एंड 3.0 भी ए नूं बिलोंग करदा है, लेकिन वेरीएबल फस्ट प्रोडक्ट दा एक्स आ, सैकेंड प्रोडक्ट दा वाई आ। सो 1.5 एक्स नाल रिलेटेड है, 1.5 एक्स प्लस इधरों 3 साडा वाई नाल रिलेटेड है, दैट इज़ सैकेंड प्रोडक्ट नाल रिलेटेड है 3 इंटू वाई। और दोनों डिपार्टमेंट ए नाल रिलेटेड है और डिपार्टमेंट ए की साडे कोल कंसटेंट है 450 और इस करके साडे कोल 1.5 इंटू फस्ट नंबर ऑफ यूनिट्स ऑफ प्रोडक्ट फस्ट दे एंड 3 इंटू नंबर ऑफ यूनिट्स ऑफ सैकेंड प्रोडक्ट, और दोनों मिला के 450 तो ज़्यादा नहीं हो सकते, इस करके लैस दैन इक्वल टू 450। हुण सैकेंड आ जाइए, सैकेंड उहदे 2 आ, उधरले पासे 1 आ, मतलब फस्ट प्रोडक्ट विच 2.0 सैकेंड प्रोडक्ट 1.0। ये दोनों बी डिपार्टमेंट नाल रिलेटेड है और बी डिपार्टमेंट की कंसटेंट है 350। सो फस्ट प्रोडक्ट एक्स आ, 2 इंटू एक्स एंड 1 इंटू वाई बट लैस दैन इक्वल टू 350। और थर्ड आ जाइए, थर्ड डिपार्टमेंट सी आ, उहदी मैक्सीमम कंसटेंट 50 आ, लेकिन उहदी यूजिंग है 0.25 फस्ट प्रोडक्ट and 0.25 second product, means 0.25 x plus 0.25 y and less than equal to 50। साडे कोल तीनों कंसटेंट भी डिवेल्प हो गई, राइट हैंड साइड कंसटेंट भी क्लीयर हो गई, ऑब्जेक्टिव फंक्शन भी साडा डिवेल्प हो गया और लास्ट में नॉन नैगेटिविटी कंसटेंट x एंड y ग्रेटर दैन इक्वल टू 0। सो फाइनली असीं हुण प्रॉब्लम लिख दांगे इत्थे। ऑब्जेक्टिव फंक्शन सबजैक्ट टू कंसटेंट पहली कंसटेंट, सैकेंड कंसटेंट, थर्ड कंसटेंट एंड नॉन नैगेटिविटी कंसटेंट। साडा इत्थे क्वेश्चन फिनिश आ। ठीक है, अगर असीं इसे स्टैप्स नाल चलते जावांगे तो सानूं कोई फर्दर प्रॉब्लम नहीं आएगी। नैक्सट मैं सैकेंड प्रॉब्लम लै रहा हाँ। ये साडे कोल एम एंड डी कंपनी मेक्स 2 प्रोडक्ट ए एंड बी, टोटल प्रोडक्शन ऑफ कंबाइंड प्रोडक्ट मस्ट भी 350 यूनिट्स। सो दो प्रोडक्ट असीं बनाने हैं पर वो घट्टो घट्ट 350 यूनिट्स जरूर होने चाहिए आ, इंकलूडिंग अ स्पैशल ऑर्डर ऑफ 125 यूनिट्स ऑफ प्रोडक्ट ए। उन्होंने प्रोडक्ट ए दे 125 यूनिट जरूर बनाने हैं क्योंकि वो रिक्वायर्ड है, और दोनों असीं मिला के 350 जरूर बनाने हैं। उस तो बाद प्रोडक्ट ए नूं 2 घंटे लेबर दे लगते हैं और प्रोडक्ट बी नूं 1 आवर लगता है लेबर का, और साढ़े कोल 600 घंटे अवेलेबल आ कमिंग मंथ विच। इट्स मीनस कि 600 घंटे तो ज़्यादा असीं काम नहीं कर सकते। साडी एक कंसटेंट हो गई, एक सब तो पहला प्रोडक्ट मस्ट भी 350 यूनिट्स, एक सैकेंड फस्ट कंसटेंट हो गई एंड 125 यूनिट असीं घट्टो घट्ट बनाने आ और 600 घंटे साढ़े कोल लेबर है। तीनों साड़ियाँ कंसटेंट्स शो हो रही हैं। प्रोडक्शन कॉस्ट टू द प्रोडक्ट है ए दा 20 रुपीज़, बी दा 30 रुपीज़। फॉर्मूलेट द प्रॉब्लम इन मैथेमैटिकल फॉर्म टू मिनीमाइज़ द टोटल कॉस्ट। इत्थे क्लीयर आ, सानू जैड की वैल्यू उन्होंने दे दी कि मिनीमाइज़ है जैड, सानू ज़्यादा सोचने की लोड़ नहीं।
ਉਸ ਤੋਂ ਬਾਅਦ ਸਾਡਾ ਡਿਸੀजन ਵੇਰੀਏਬਲ ਕੀ ਹੈ? ਇਹਦੇ 'ਚ ਸਾਡੇ ਕੋਲ ਪ੍ਰੋਡਕਟ A ਐਂਡ ਪ੍ਰੋਡਕਟ B, ਬਿਕੋਜ਼ ਕਾਸਟ ਆਫ ਪ੍ਰੋਡਕਟ A ਐਂਡ ਪ੍ਰੋਡਕਟ B ਮੈਂਸ਼ਨਡ ਹੈ, ਇਸ ਕਰਕੇ ਉਹ ਸਾਡੇ ਡਿਸੀजन ਵੇਰੀਏਬਲ ਆ। X ਆ ਗਿਆ ਨੰਬਰ ਆਫ A ਪ੍ਰੋਡਕਟ, Y ਆ ਗਿਆ ਨੰਬਰ ਆਫ B ਪ੍ਰੋਡਕਟ। ਇਸ ਕਰਕੇ ਸਾਡੇ ਕੋਲ ਉਹਨਾਂ ਦੀ ਕਾਸਟ ਵੈਲਿਊਜ਼ 20 ਐਂਡ 30 ਆ। C1 C2 ਦੀ ਵੈਲਿਊ ਕਲੀਅਰ ਹੋ ਗਈ ਔਰ ਸਾਡਾ ਆਬਜੈਕਟਿਵ ਫੰਕਸ਼ਨ ਬਣ ਗਿਆ ਮਿਨੀਮਾਈਜ਼ Z ਇਕੁਅਲ ਟੂ 20x ਪਲੱਸ 30y। ਨਾਓ ਕਮ ਟੂ ਦਾ ਰਾਈਟ ਹੈਂਡ ਸਾਈਡ ਕੰਸਟੇਂਟ। ਅਸੀਂ ਪਹਿਲਾਂ ਅਬਜ਼ਰਵ ਕਰ ਲਈਆਂ ਸੀਗੀਆਂ, ਸਾਡੇ ਕੋਲ ਪਹਿਲਾਂ ਕੰਬਾਈਨਡ ਦੋਨੋਂ ਪ੍ਰੋਡਕਟ ਮਿਨੀਮਮ 350 ਬਣਾਉਣੇ ਆ। ਮੀਨਸ ਸਾਡੇ ਕੋਲ 350 A ਐਂਡ B ਪ੍ਰੋਡਕਟ ਇਕੱਠੇ ਹੋਣੇ ਚਾਹੀਦੇ ਆ ਔਰ A ਪ੍ਰੋਡਕਟ ਮਿਨੀਮਮ 125 ਜ਼ਰੂਰ ਬਣਾਉਣਾ। ਜਦੋਂ ਮਿਨੀਮਮ ਜ਼ਰੂਰ ਬਣਾਉਣਾ ਆ, ਇਟ ਮੀਨਸ ਦੋਨੋਂ ਕੰਸਟੇਂਟ ਸਾਡੀਆਂ ਗ੍ਰੇਟਰ ਦੈਨ ਐਂਡ ਔਰ ਇਕੁਅਲ ਟੂ ਆ। ਥਰਡ ਹੈ ਸਾਡੇ ਕੋਲ ਲੇਵਰ ਆਰ ਸਾਡੇ ਕੋਲ ਮੈਕਸੀਮਮ ਆ। ਸਾਡੇ ਕੋਲ ਇਹ ਕੰਸਟੇਂਟ ਲੈਸ ਦੈਨ ਇਕੁਅਲ ਟੂ ਆ ਗਈ। ਸਾਡੇ ਕੋਲ ਤਿੰਨੋਂ ਕੰਸਟੇਂਟਸ ਕਲੀਅਰ ਹੋ ਗਈਆਂ। ਇਕੱਲਾ A ਦੀ ਡਿਮਾਂਡ ਦੀ 125 ਆ, B ਦੀ ਸੈਕੰਡ ਵਾਲੀ ਕੰਸਟੇਂਟ 350 ਆ, ਇਹ ਦੋਨੋਂ ਗ੍ਰੇਟਰ ਦੈਨ ਇਕੁਅਲ ਟੂ ਆ ਔਰ B3 600 ਆ, ਇਹ ਸਾਡੇ ਕੋਲ ਲੈਸ ਦੈਨ ਇਕੁਅਲ ਟੂ ਆ। ਹੁਣ ਆਈਏ ਆਪਾਂ ਗੱਲ ਕਰੀਏ ਟੈਕਨੋਲੋਜੀਕਲ ਕੋਫੀਸ਼ੀਐਂਟਸ ਦੀ। ਸਭ ਤੋਂ ਪਹਿਲਾਂ ਮੈਂ B1 2 3 ਦੀ ਵੈਲਿਊ ਲਿਖ ਦਿੱਤੀ ਤਾਂ ਕਿ ਸਾਨੂੰ ਕਲੀਅਰ ਰਹੇ। ਉਸ ਤੋਂ ਬਾਅਦ ਟੈਕਨੋਲੋਜੀਕਲ ਕੋਫੀਸ਼ੀਐਂਟਸ। ਹੁਣ ਦੇਖੀਏ ਪਹਿਲਾਂ ਸਾਡੇ ਕੋਲ ਟੈਕਨੋਲੋਜੀਕਲ ਕੋਫੀਸ਼ੀਐਂਟ ਕੀ ਹੈ ਕਿ ਸਾਡੇ ਕੋਲ A ਦੇ ਅਸੀਂ 125 ਯੂਨਿਟ ਜ਼ਰੂਰ ਬਣਾਉਣੇ ਆ। ਮੀਨਸ ਇੱਕੋ ਹੀ ਪ੍ਰੋਡਕਟ ਆ, ਇਹ ਸਾਡੇ ਕੋਲ ਕਲੀਅਰ ਕੱਟ ਆ ਕਿ ਸਾਡੇ ਕੋਲ X ਮਸਟ ਵੀ ਗ੍ਰੇਟਰ ਦੈਨ ਇਕੁਅਲ ਟੂ 125 ਕਿਉਂਕਿ X ਕੀ ਆ? ਨੰਬਰ ਆਫ ਯੂਨਿਟਸ। ਇਸ ਕਰਕੇ ਸਾਡੀ ਪਹਿਲੀ ਕੰਸਟੇਂਟ X ਗ੍ਰੇਟਰ ਦੈਨ ਇਕੁਅਲ ਟੂ 125 ਹੋ ਗਈ। ਉਸ ਤੋਂ ਬਾਅਦ ਦੂਸਰੀ ਸੀ A ਐਂਡ B, A ਇਜ਼ X ਐਂਡ B ਇਜ਼ Y, ਦੋਨਾਂ ਦਾ ਜੋੜ 350 ਤੋਂ ਜ਼ਿਆਦਾ ਹੋਣਾ ਚਾਹੀਦਾ। ਮੀਨ A ਨਾਲ ਕੋਈ ਕੋਫੀਸ਼ੀਐਂਟ ਨਹੀਂ ਦਿੱਤਾ ਉਹਨਾਂ ਨੇ, X ਹੋ ਗਿਆ ਪਲੱਸ Y ਮਸਟ ਵੀ ਗ੍ਰੇਟਰ ਦੈਨ ਇਕੁਅਲ ਟੂ 350। ਇਹ ਹੋ ਗਿਆ ਸਾਡੇ ਕੋਲ ਦੋਨੋਂ ਮਿਨੀਮਮ ਕੰਸਟੇਂਟ ਸੀਗੀਆਂ, ਇਸ ਕਰਕੇ ਗ੍ਰੇਟਰ ਦੈਨ ਇਕੁਅਲ ਟੂ। ਹੁਣ ਥਰਡ ਹੈ ਕਿ ਪਹਿਲੇ ਪ੍ਰੋਡਕਟ A ਦੇ ਉੱਤੇ 2 ਆਵਰਸ ਲੇਬਰ ਦੇ ਲੱਗ ਰਹੇ ਆ। ਮੀਨਸ ਜਿੰਨੇ ਪ੍ਰੋਡਕਟ ਬਣ ਗਏ ਇੰਟੂ 2। ਅਗਰ ਮੈਂ 100 ਪ੍ਰੋਡਕਟ ਬਣਾ ਰਿਹਾ ਤਾਂ 200 ਆਵਰਸ ਲੱਗਣਗੇ, ਅਗਰ ਮੈਂ 500 ਪ੍ਰੋਡਕਟ ਬਣਾ ਰਿਹਾ ਤਾਂ 1000 ਆਵਰਸ ਲੱਗਣਗੇ। ਲੇਕਿਨ B ਪ੍ਰੋਡਕਟ ਉੱਤੇ 1 ਆਰ ਲੱਗ ਰਿਹਾ। ਅਗਰ ਮੈਂ 100 ਪ੍ਰੋਡਕਟ ਬਣਾ ਰਿਹਾ ਤਾਂ 100 ਆਰ, ਠੀਕ ਹੈ। ਅਗਰ 200 ਪ੍ਰੋਡਕਟ ਬਣਾ ਰਿਹਾ ਤਾਂ 200 ਆਰ। ਮੀਨਸ 1 ਇੰਟੂ ਨੰਬਰ ਆਫ ਯੂਨਿਟਸ ਔਰ A ਦੇ ਕੇਸ ਵਿੱਚ 2 ਇੰਟੂ ਨੰਬਰ ਆਫ ਯੂਨਿਟਸ, ਮੀਨਸ 2 ਇੰਟੂ X ਪਲੱਸ 1 ਇੰਟੂ Y। ਲੇਕਿਨ ਦੋਨੋਂ ਮਿਲਾ ਕੇ 600 ਆਵਰਸ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ ਬਿਕੋਜ਼ ਸਾਡੇ ਕੋਲ ਮੈਕਸੀਮਮ ਲਿਮਿਟ ਦਿੱਤੀ ਹੋਈ ਹੈ। ਇਸ ਕਰਕੇ ਸਾਡੀ ਥਰਡ ਕੰਸਟੇਂਟ ਹੋਏਗੀ 2x ਪਲੱਸ y ਲੈਸ ਦੈਨ ਇਕੁਅਲ ਟੂ 6 ਔਰ ਲਾਸਟ ਸਿਮਿਲਰਲੀ ਨॉन ਨੈਗੇਟਿਵਿਟੀ ਕੰਸਟੇਂਟ x, y ਮਸਟ ਵੀ ਗ੍ਰੇਟਰ ਦੈਨ ਇਕੁਅਲ ਟੂ 0। ਅਗੇਨ ਸਾਡਾ ਸਾਰਾ ਕਲੀਅਰ ਹੈ। ਹੁਣ ਆਬਜੈਕਟਿਵ ਫੰਕਸ਼ਨ ਮਿਨੀਮਾਈਜੇਸ਼ਨ ਸੀ ਇਸ ਵਾਰ। ਸਬਜੈਕਟ ਟੂ ਕੰਸਟੇਂਟ ਸਾਡੇ ਕੋਲ x ਗ੍ਰੇਟਰ ਦੈਨ ਇਕੁਅਲ ਟੂ 125, x plus y greater than equal to 350 and 2x plus y less than equal to 600। ਉਸ ਤੋਂ ਬਾਅਦ ਮੈਂ ਇੱਕ ਐਗਜ਼ਾਮਪਲ ਹੋਰ ਲੈ ਰਿਹਾ GNDU ਦੀ, ਉਹ ਵੀ ਰੀਸੈਂਟਲੀ ਈਅਰ 'ਚ ਆਈ ਹੈ। A company is determining how to advertise a product nationally on a TV or in a newspaper. Each TV ad is expected to be seen by 15 million viewers। ਇੱਕ TV ਤੇ ਐਡ ਦਿੰਦੇ ਆ ਤੇ 15 ਮਿਲੀਅਨ ਲੋਕ ਉਹਨੂੰ ਦੇਖਦੇ ਆ। Each newspaper ad is expected to be seen by 3 million readers। ਜੇ ਨਿਊਜ਼ਪੇਪਰ 'ਤੇ ਐਡ ਦਿੰਦਾ ਆ ਅਤੇ 3 ਮਿਲੀਅਨ ਲੋਕ ਪੇਪਰ ਨੂੰ ਪੜ੍ਹਦੇ ਆ, ਇਸ ਕਰਕੇ ਉਹ ਦੇਖਦੇ ਆ। ਟੋਟਲ ਬਜਟ ਉਹਦੇ ਕੋਲ 6 ਲੱਖ ਦਾ ਆ। ਟੀ ਵੀ ਦੇ ਉੱਤੇ ਪਰ ਮਿੰਟ ਕਾਸਟ ਉਹਦੀ 60,000 ਆ ਔਰ ਨਿਊਜ਼ਪੇਪਰ ਦੀ ਐਡ ਉਹਦੀ ਹੈ 15,000। ਮੀਨਸ ਦੋਨੋਂ ਮਿਲਾ ਕੇ 6 ਲੱਖ ਤੋਂ ਜ਼ਿਆਦਾ ਨਹੀਂ ਹੋ ਸਕਦੇ। ਸਾਡੀ ਪਹਿਲੀ ਕੰਸਟੇਂਟ ਕਲੀਅਰ ਹੋ ਗਈ। ਮੈਨੇਜਰ ਆਫ RD ਆਫ ਕੰਪਨੀ ਰਿਕਮੈਂਡਸ ਯੂਜ਼ਿੰਗ ਐਟ ਲੀਸਟ 6 TV ਐਡਸ। ਮੀਨਸ ਘੱਟੋ ਘੱਟ 6 TV ਦੀਆਂ ਐਡ ਅਸੀਂ ਜ਼ਰੂਰ ਦੇਣੀਆਂ ਹੈ। ਸਾਡੀ ਸੈਕੰਡ ਕੰਸਟੇਂਟ ਆ ਰਹੀ ਹੈ। ਐਟ ਲੀਸਟ 4 ਨਿਊਜ਼ਪੇਪਰ ਐਡ, ਘੱਟੋ ਘੱਟ 4 ਪੇਪਰ 'ਚ ਨਿਊਜ਼ਪੇਪਰ ਵਿੱਚ ਵੀ ਐਡ ਅਸੀਂ ਜ਼ਰੂਰ ਦੇਣੀਆਂ ਹੈ। ਹਾਊ ਸ਼ੁੱਡ ਕੰਪਨੀ ਐਲੋਕੇਟ ਟੂ ਐਡਵਰਟਾਈਜ਼ਿੰਗ ਬਜਟ ਟੂ ਮੈਕਸੀਮਾਈਜ਼ ਦਾ ਟੋਟਲ ਆਡੀਅੰਸ। ਆਪਾਂ ਮੈਕਸੀਮਾਈਜ਼ ਕੀ ਕਰਨਾ ਹੈ? ਟੋਟਲ ਆਡੀਅੰਸ। ਆਡੀਅੰਸ ਡਿਊ ਟੂ TV ਜਿੰਨੀ ਜ਼ਿਆਦਾ ਹੋਏਗੀ, ਜਿੰਨੀਆਂ ਅਸੀਂ TV 'ਤੇ ਐਡ ਦੇਵਾਂਗੇ, ਸਾਡੀ ਟੋਟਲ ਆਡੀਅੰਸ ਪਰ ਵਿਊ ਦੇ ਅਕੋਰਡਿੰਗਲੀ ਰਾਈਜ਼ ਕਰੇਗੀ। ਦੈਟ ਇਜ਼ ਨੰਬਰ ਆਫ ਆਡੀਅੰਸ ਡਿਊ ਟੂ TV ਐਡਸ, ਰਾਈਟ। ਫਿਰ TV ਐਡਸ ਸਾਡੀਆਂ X ਹੋ ਗਈਆਂ, ਨੰਬਰ ਆਫ TV ਐਡ, ਔਰ ਨੰਬਰ ਆਫ ਨਿਊਜ਼ਪੇਪਰ ਐਡ ਸਾਡੀਆਂ Y ਹੋ ਗਈਆਂ। ਸੌਰੀ, ਮੈਂ X1 X2 ਲਿਆ ਹੋਇਆ। X1 ਨੰਬਰ ਆਫ TV ਐਡਸ ਐਂਡ X2 ਨੰਬਰ ਆਫ ਨਿਊਜ਼ਪੇਪਰ ਐਡਸ। ਸਾਨੂੰ ਉਹਦੇ 'ਚ ਮੈਕਸੀਮਮ ਅਸੀਂ ਉਹਨੂੰ ਕਰਨਾ ਹੈ ਕਿਉਂਕਿ ਸਾਨੂੰ ਇੱਕ ਜਿਹੜੀ
TV ਦੀ ਐਡ ਆ ਉਹ 15 ਮਿਲੀਅਨ ਵਿਊਅਰਸ ਦੇਖਦੇ ਆ। ਇੱਕ ਐਡ ਦੇ ਨਾਲ 15 ਮਿਲੀਅਨ ਨੂੰ ਜਿੰਨੀਆਂ ਜ਼ਿਆਦਾ ਐਡਸ ਦੇਵਾਂਗੇ ਨੰਬਰ ਆਫ ਐਡਸ ਇਨਟੂ 15 ਉਹ ਸਾਡੇ ਕੋਲ ਸਾਡਾ ਪਹਿਲਾ ਆਬਜੈਕਟਿਵ ਫੰਕਸ਼ਨ ਦਾ ਕੋਫੀਸ਼ੀਐਂਟ ਹੋ ਜਾਏਗਾ 15 ਔਰ ਸੈਕਿੰਡ ਹੈ ਨਿਊਜ਼ਪੇਪਰ ਦੀ ਪਰ ਐਡ ਨੂੰ 3 ਮਿਲੀਅਨ ਦੇਖਦੇ ਆ। ਇਸ ਕਰਕੇ ਅਸੀਂ ਆਡੀਅੰਸ ਨੂੰ ਵਧਾਉਣਾ ਆ ਤੇ ਸਾਡਾ ਆਬਜੈਕਟਿਵ ਫੰਕਸ਼ਨ ਕੀ ਹੋਏਗਾ ਨੰਬਰ ਆਫ TV ਐਡ ਇਨਟੂ 15 ਪਲੱਸ ਨੰਬਰ ਆਫ ਨਿਊਜ਼ਪੇਪਰ ਐਡ ਇਨਟੂ 3। ਇਸ ਕਰਕੇ ਨੰਬਰ ਆਫ TV ਐਡਸ ਨੂੰ ਅਸੀਂ x1 ਮੰਨਿਆ ਔਰ ਨੰਬਰ ਆਫ ਨਿਊਜ਼ਪੇਪਰ ਐਡ ਨੂੰ ਅਸੀਂ x2 ਔਰ ਦੋਨਾਂ ਦਾ ਸਮ ਸਾਡਾ ਮੈਕਸਿਮਮ ਹੋਣਾ ਚਾਹੀਦਾ ਆ। ਕੰਸਟ੍ਰੇਂਟ ਸਾਡੀ ਰਾਈਟ ਹੈਂਡ ਸਾਈਡ ਕਲੀਅਰ ਆ। ਇੱਕ ਤਾਂ 6 ਲੱਖ ਰੁਪਏ ਤੋਂ ਜ਼ਿਆਦਾ ਅਸੀਂ ਪੈਸੇ ਨਹੀਂ ਖਰਚ ਕਰ ਸਕਦੇ ਰਾਈਟ ਕਿਉਂਕਿ TV ਦੀ ਕੋਸਟ 60,000 ਇੰਟੂ ਨੰਬਰ ਆਫ ਐਡਸ ਪਲੱਸ ਨਿਊਜ਼ਪੇਪਰ ਦੀ 15,000 ਇੰਟੂ ਨੰਬਰ ਆਫ ਐਡਸ ਬਟ ਮਿਲਾ ਕੇ ਦੋਨੋਂ 6 ਲੱਖ ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਇਸ ਕਰਕੇ 6 ਲੱਖ ਮੈਕਸਿਮਮ ਹੈ, ਇਹ ਲੈਸ ਦੈਨ ਇਕੁਅਲ ਟੂ ਐਡ ਬਣੇਗੀ। ਔਰ ਸੈਕੰਡ ਕੰਸਟ੍ਰੇਂਟ ਸਾਡੀ ਕਿ ਮਿਨੀਮਮ 6 ਐਡਸ ਅਸੀਂ TV ਤੇ ਜ਼ਰੂਰ ਦੇਣੀਆਂ ਮੀਨਜ਼ TV ਵਾਲੀ ਐਡ ਨੂੰ ਅਸੀਂ x1 ਮੰਨ ਰਹੇ ਹਾਂ ਮਸਟ ਵੀ ਗ੍ਰੇਟਰ ਦੈਨ ਇਕੁਅਲ ਟੂ 6 ਔਰ ਨਿਊਜ਼ਪੇਪਰ ਐਡ ਮਿਨੀਮਮ 4 ਜ਼ਰੂਰ ਦੇਣੀਆਂ ਆ। ਇਟ ਮੀਨਜ਼ ਸਾਡੇ ਕੋਲ ਜਿਹੜਾ x2 ਆ ਇਟ ਮਸਟ ਵੀ ਗ੍ਰੇਟਰ ਦੈਨ ਇਕੁਅਲ ਟੂ 4 ਔਰ ਸਾਡੇ ਕੋਲ ਇਹ 3 ਰਾਈਟ ਹੈਂਡ ਸਾਈਡ ਕੰਸਟ੍ਰੇਂਟ ਕਲੀਅਰ ਹੋ ਗਈਆਂ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ ਰਾਈਟ ਹੈਂਡ ਸਾਈਡ ਕੰਸਟ੍ਰੇਂਟ ਨੋਟ ਡਾਊਨ ਕਰ ਲਈਆਂ। ਹੁਣ ਆਪਾਂ ਟੈਕਨੀਕਲ ਕੋਫੀਸ਼ੀਐਂਟ ਦੇਖਦੇ ਹਾਂ ਕਿ ਪਰ TV ਐਡ 60,000 ਮੀਨਜ਼ ਨੰਬਰ ਆਫ ਐਡ ਇਨਟੂ 60,000 ਸਾਡਾ ਪਹਿਲਾ ਟੈਕਨੀਕਲ ਕੋਫੀਸ਼ੀਐਂਟ ਆ ਗਿਆ 60,000 x1 ਪਲੱਸ ਸੈਕੰਡ ਨਿਊਜ਼ਪੇਪਰ ਤੇ 15,000 ਆ 15,000 x2 ਔਰ ਦੋਨਾਂ ਦਾ ਸਮ ਸਾਡਾ 6 ਲੱਖ ਤੋਂ ਜ਼ਿਆਦਾ ਨਹੀਂ ਹੋ ਸਕਦਾ ਇਸ ਕਰਕੇ ਲੈਸ ਦੈਨ ਇਕੁਅਲ ਟੂ 6 ਲੱਖ। ਉਸ ਤੋਂ ਬਾਅਦ ਇਹਨੂੰ ਵੀ ਅਸੀਂ ਸਿੰਪਲੀਫਾਈ ਕਰ ਲਿਆ 4x1 ਪਲੱਸ x2 ਲੈਸ ਦੈਨ ਇਕੁਅਲ ਟੂ 40 ਦੈਨ TV ਐਡ 6 ਮਿਨੀਮਮ ਦੇਣੀਆਂ ਇਸ ਕਰਕੇ x1 ਮਸਟ ਵੀ ਗ੍ਰੇਟਰ ਦੈਨ ਇਕੁਅਲ ਟੂ 6 ਔਰ ਨਿਊਜ਼ਪੇਪਰ ਐਡ ਮਿਨੀਮਮ 4 ਜ਼ਰੂਰ ਦੇਣੀਆਂ ਸੋ x2 ਗ੍ਰੇਟਰ ਦੈਨ ਇਕੁਅਲ ਟੂ 4 ਸਾਡੀਆਂ ਤਿੰਨੋਂ ਕੰਸਟ੍ਰੇਂਟ ਹੋ ਗਈਆਂ ਔਰ ਲਾਸਟ ਵਾਲੀ ਨੋਨ ਨੈਗੇਟਿਵਿਟੀ ਕੰਸਟ੍ਰੇਂਟ। ਉਸ ਤੋਂ ਬਾਅਦ ਸਾਡੇ ਕੋਲ ਆਬਜੈਕਟਿਵ ਫੰਕਸ਼ਨ ਮੈਕਸੀਮਾਈਜ਼ z ਇਕੁਅਲ ਟੂ 400x1 ਪਲੱਸ 700x2 ਸਬਜੈਕਟ ਟੂ ਕੰਸਟ੍ਰੇਂਟ 4x1 ਪਲੱਸ x2 ਲੈਸ ਦੈਨ ਇਕੁਅਲ ਟੂ 40 ਪਹਿਲੀ ਵਾਲੀ ਐਡ ਹੋ ਗਈ ਸਾਡੇ ਕੋਲ ਜਿਹੜਾ ਕੋਸਟ ਵਾਲੀ ਸੀ। ਦੂਸਰੀ ਕੰਸਟ੍ਰੇਂਟ ਮਿਨੀਮਮ ਨੰਬਰ ਆਫ ਐਡਸ 6 ਜ਼ਰੂਰ ਹੋਣੀਆਂ ਚਾਹੀਦੀਆਂ TV ਤੇ ਔਰ ਮਿਨੀਮਮ ਨੰਬਰ ਆਫ ਐਡ 4 ਜ਼ਰੂਰ ਹੋਣੀਆਂ ਚਾਹੀਦੀਆਂ ਨਿਊਜ਼ਪੇਪਰ ਤੇ ਔਰ ਲਾਸਟ ਇਸ ਦੇ ਨਾਲ ਹੀ ਸਾਡਾ ਕੁਐਸਚਨ ਫਿਨਿਸ਼ ਹੁੰਦਾ ਹੈ ਔਰ ਸਾਡਾ ਕੰਪਲੀਟ ਮਾਡਲ ਬਣ ਗਿਆ objective function all the 3 constraints and non-negativity constraint। ਸਾਡੀਆਂ ਇੱਥੇ ਅਸੀਂ 4 ਪ੍ਰੋਬਲਮ ਸੋਲਵ ਕਰ ਲਈਆਂ 2 ਸਾਡੇ ਕੋਲ ਯੂਨੀਵਰਸਿਟੀ ਐਗਜ਼ਾਮ ਦੀਆਂ ਸੀਗੀਆਂ 2 ਸਾਡੇ ਕੋਲ ਜਨਰਲ ਸੀ। ਫਰਦਰ ਮੈਂ ਇੱਕ ਸਪੈਸ਼ਲ ਪ੍ਰੋਬਲਮ ਤੁਹਾਡੇ ਨਾਲ ਡਿਸਕਸ ਕਰੂੰਗਾ। ਨੋਰਮਲੀ ਕਈ ਵਾਰ ਹੁੰਦਾ ਹੈ ਕਿ ਸਾਨੂੰ ਰਾਈਟ ਹੈਂਡ ਸਾਈਡ ਕੰਸਟ੍ਰੇਂਟ ਸਟ੍ਰੇਟ ਫੋਰਵਰਡ ਜਾਂ ਵੈਲਿਊਜ਼ 'ਚ ਨਹੀਂ ਦਿੱਤੀਆਂ ਹੁੰਦੀਆਂ ਤੇ ਉਸ ਵੇਲੇ ਥੋੜ੍ਹੀ ਜਿਹੀ ਕਨਫਿਊਜ਼ਨ ਹੁੰਦੀ ਹੈ ਤੇ ਉਸ ਟਾਈਪ ਦਾ ਇੱਕ ਲਾਸਟ ਆਪਾਂ ਕੁਐਸਚਨ ਡਿਸਕਸ ਕਰਾਂਗੇ। ਸਾਡੇ ਕੋਲ ਐਗਜ਼ਾਮਪਲ ਆ Douglas company makes 2 products shirts and trousers. Profit per unit on both product is rupees 28 and 35 respectively। ਉਹਦੇ ਕੋਲ ਲਿਮਟਿਡ ਸਟੋਰੇਜ ਕਪੈਸਿਟੀ ਆ ਜਾਂ ਤਾਂ ਉਹ 500 ਸ਼ਰਟ ਸਟੋਰ ਕਰ ਸਕਦਾ ਆ ਜਾਂ 600 ਟਰਾਊਜ਼ਰਸ ਮੀਨਜ਼ ਉਹਨੇ ਐਗਜ਼ੈਕਟ ਨਹੀਂ ਦੱਸਿਆ ਕਿ ਕਿੰਨੀਆਂ ਦੋਨੋਂ ਰੱਖੀਆਂ ਜਾ ਸਕਦੀਆਂ ਉਹਨੇ ਆਈਦਰ ਔਰ ਕਰਕੇ ਦੇ ਦਿੱਤਾ। ਪ੍ਰੋਡਕਸ਼ਨ ਕਾਸਟ ਸ਼ਰਟ ਦੀ 100 ਰੁਪੀਜ਼ ਆ ਔਰ ਟਰਾਊਜ਼ਰ ਦੀ 150 ਆ ਬਟ ਉਹਦੇ ਕੋਲ ਟੋਟਲ ਫੰਡ ਕਿੰਨਾ ਆ 600 ਸ਼ਰਟਸ ਦੀ ਪ੍ਰੋਡਕਸ਼ਨ ਕਾਸਟ ਦੇ ਬਰਾਬਰ। ਇਹ ਵੀ ਅਸੀਂ ਖੁਦ ਫਾਈਂਡ ਆਊਟ ਕਰਾਂਗੇ। 300 ਸ਼ਰਟਸ ਆਰ ਪ੍ਰੀ ਆਰਡਰਡ ਮੀਨ 300 ਸ਼ਰਟਸ ਆਲਰੇਡੀ ਜਿਹੜੀਆਂ ਉਹਨੇ ਦੇਣੀਆਂ ਹੀ ਦੇਣੀਆਂ ਮਿਨੀਮਮ ਉਹਨੇ ਇੰਨੀਆਂ ਪ੍ਰੋਡਿਊਸ ਕਰਨੀਆਂ ਬਟ ਟਰਾਊਜ਼ਰ ਕਾਂਟ ਬੀ ਸੋਲਡ ਮੋਰ ਦੈਨ 400 ਮੀਨਜ਼ ਟਰਾਊਜ਼ਰ 400 ਤੋਂ ਜ਼ਿਆਦਾ ਸੈੱਲ ਨਹੀਂ ਕੀਤੇ ਜਾ ਸਕਦੇ ਐਜ਼ ਪਰ ਪ੍ਰੀਵੀਅਸ ਡਾਟਾ। ਫਾਰਮੂਲੇਟ ਦਾ ਪ੍ਰੋਬਲਮ in mathematical form to maximize the total profit। ਸਾਨੂੰ ਗਿਵਨ ਆ ਸਾਡਾ ਪ੍ਰੋਫਿਟ ਮੈਕਸੀਮਾਈਜੇਸ਼ਨ ਦਾ ਜੈਟ ਸਾਡਾ ਕਲੀਅਰ ਆ ਆਬਜੈਕਟਿਵ ਫੰਕਸ਼ਨ ਸਾਡਾ ਮੈਕਸੀਮਾਈਜੇਸ਼ਨ ਦਾ ਆ ਔਰ ਪ੍ਰੋਫਿਟ ਦੋਨੋਂ ਪ੍ਰੋਡਕਟ 'ਚ ਲਿਖਿਆ ਹੋਇਆ 28 ਐਂਡ 35 ਸਾਡੀਆਂ C1 ਔਰ CT ਦੀਆਂ ਵੈਲਿਊਜ਼ ਵੀ ਕਲੀਅਰ ਆ। ਇਸ ਕਰਕੇ ਸਾਡਾ ਆਬਜੈਕਟਿਵ ਫੰਕਸ਼ਨ ਮੈਕਸੀਮਾਈਜ਼ z ਇਕੁਅਲ ਟੂ 28x1 ਐਂਡ 35x2 ਇਹ ਸਾਡਾ ਨੋਰਮਲ ਸੀ ਜੋ ਪਹਿਲਾਂ ਵੀ ਅਸੀਂ ਇੱਦਾਂ ਕੀਤਾ ਸੀ। ਇੱਥੇ ਹੁਣ ਜਿਹੜੀ ਮੇਨ ਡਿਫਰੈਂਸ ਆਇਆ ਕਿ ਉਹਦੇ ਕੋਲ ਸਟੋਰੇਜ ਕਪੈਸਿਟੀ ਆ ਜਾਂ ਤਾਂ ਉਹ 500 ਸ਼ਰਟਸ ਨੂੰ ਸਟੋਰ ਕਰ ਸਕਦਾ ਹੈ ਜਾਂ 600 ਟਰਾਊਜ਼ਰ ਨੂੰ ਮੀਨ ਟੋਟਲ ਦੀ ਉਹਨੇ ਨਹੀਂ ਦੱਸਿਆ ਕਿ ਕਿੰਨੇ ਕਰ ਸਕਦਾ ਹੈ ਦੋਨਾਂ ਦੇ ਮਿਲਾ ਕੇ ਉਹਨੇ ਅਲੱਗ-ਅਲੱਗ ਲਿਖਿਆ ਹੈ। ਅਗਰ ਇਸ ਟਾਈਪ ਦਾ ਕੁਐਸਚਨ ਹੋਵੇ ਤਾਂ ਰਾਈਟ ਹੈਂਡ ਸਾਈਡ ਕੰਸਟ੍ਰੇਂਟ ਵੈਲਿਊ ਕਿਸ ਤਰ੍ਹਾਂ ਕੱਢਣੀ ਆ ਫਸਟ ਵੇਰੀਏਬਲ ਡਿਵਾਈਡਡ ਬਾਏ ਮੈਕਸਿਮਮ ਲਿਮਿਟ x1 ਡਿਵਾਈਡਡ ਬਾਏ 500
प्लस सैकेंड वेरीएबल डिवाइडेड बाय उहदी जिन्नी लिमिट लिखी हुई है 600 बिकॉज वो मैक्सीमम लिमिट है, इस करके लैस दैन इक्वल टू 1 करना है और उस तो बाद उन्होंने एलसीएम के बेस से सॉल्व करना है। एलसीएम के बेस से सॉल्व करके असी पहली कंसटेंट बनावांगे। उस तो बाद फंड लिमिट उन्हें क्या है इक्वल टू 600 शर्ट्स मीनस x1 डिवाइडेड बाय शर्ट्स उन्हें जिन्ने दी साडी शर्ट सी 100 रुपीज़ की एक शर्ट सी साडे कोल राइट। तो फिर x1 अगर 100 रुपीज़ की एक शर्ट है तो 600 शर्ट्स खरीद सकता है मीनस वो टोटल फंड कितना होएगा x1 डिवाइडेड बाय 600 इक्वल टू 100 और x1 इज इक्वल टू 60,000 साढ़े को राइट हैंड साइड कंसटेंट निकल आई और इस तो पहला वाली राइट हैंड कंसटेंट असी एलसीएम लैके सॉल्व करांगे उहदे अकॉर्डिंगली निकलेगी। थर्ड और फोर्थ राइट हैंड साइड कंसटेंट क्लीयर है साढ़े कोल थर्ड वाली उन्हें लिखा हुआ है क्लीयर कट कि मीनस वो 300 शर्ट्स मिनीमम जरूर बनाउणियां आ और 400 तो ज़्यादा उन्हें ट्राउजर्स नहीं बनाने मीनस 400 लैस दैन इक्वल टू कंसटेंट हो गई 300 ग्रेटर दैन इक्वल टू कंसटेंट हो गई और ये दोनों कंसटेंट 60,000 और उस तो उपर वाली आप सॉल्व करांगे तो 3000 निकलेगा राइट। जो आप एलसीएम लैके पहली वाली कंसटेंट को करांगे उन्होंने मैं B3 ते काउंट लिखा है क्योंकि वो पहले वालियां दो सिंपल आ रही हैं। उस तो बाद टैक्नीकल कोफिशिएंट आप डिस्कस करते हैं। साढ़े कोल पहली कंसटेंट क्लीयर आ कि साढ़े कोल मिनीमम नंबर ऑफ जिहड़ियां शर्ट्स हैगियां वो 300 जरूर बनाउणियां है इस करके x1 मस्ट भी ग्रेटर दैन इक्वल टू 300 और जिहड़े ट्राउजर आ वो साढ़े कोल मैक्सीमम 400 बनाने आ x2 लैस दैन इक्वल टू 400। हुण आने आपां थर्ड कंसटेंट ते जिन्हों आपां x1 ओवर 500 प्लस x2 ओवर 600 दोनों ऐड करके लैस दैन इक्वल टू 100 जो एलसीएम लैके सॉल्व करांगे तो साढ़े कोल बन जाएगा 6x1 प्लस 5x2 लैस दैन इक्वल टू 3000 और उस तो बाद फंड लिमिट वाला सी साढ़े कोल असी 60,000 कट लिया सी एज पर शर्ट्स उस तो बाद 100 इंटू नंबर ऑफ शर्ट्स प्लस 150 रुपीज़ का ट्राउजर आता है 150 इंटू नंबर ऑफ ट्राउजर लेकिन दोनों ऐड होकर साढ़े 60,000 तो लैस होने चाहिए। इतने साढ़े को चारे टाइप दी कंसटेंट निकलियाँ इनू भी सिंपलीफाई कर लिया साढ़ा 2x1 प्लस 3x2 लैस दैन इक्वल टू 1200 जो सिंपलीफाई हो सकता हो तो आप सिंपलीफाई उन्होंने कर लेना है राइट। उस तो बाद नॉन नैगेटिविटी कंसटेंट एज यूजल और उस तो बाद साडा एक क्वेश्चन फाइनलाइज हो जाता है 28x1 प्लस 35x2 सब्जैक्ट टू कंसटेंट x1 मस्ट भी ग्रेटर दैन इक्वल टू 300 एंड x2 लैस दैन इक्वल टू 400 जो आप पहला भी क्लीयर कट कंसटेंट सी ये असी सॉल्व करके बनाई सी और लास्ट वन साढ़े कोल ये भी असी सॉल्व करके फाइंड आउट की सी। साड़ियाँ चार कंसटेंट हो गई और लास्ट वाली जी साढ़े कोल कंसटेंट हो गई ये हो गई नॉन नैगेटिविटी कंसटेंट। ਆਪਾਂ ਦੇ 5 क्वेश्चन सॉल्व किए आ विचों 2 यूनीवर्सिटी के क्वेश्चन सॉल्व किए आ। आई होप थानू क्लीयर होएगा। अगर फिर भी कोई कन्फ्यूजन या डाउट है तो तुसी मैंशन कर सकते हैं। अगर किसी को कोई यूनीवर्सिटी क्वेश्चन आ नहीं निकल रहा तुसी मैनू ईमेल कर सकते हैं मेरे ईमेल एड्रैस पर मैं थानू सॉल्व करके विद प्रॉपर डिटेल थानू वापस ईमेल कर दूँगा। इत्थे हुण अपना LPP साडा कंप्लीट टॉपिक है साढ़े 7 वीडियोज़ दे विच सारा टॉपिक फिनिश है और ये इंपॉर्टेंट टॉपिक है ऑलमोस्ट आउट ऑफ 50 मार्क्स GNDU के लैवल ते ऑलमोस्ट 10 to 15 मार्क्स असी ये अगर असी सारे क्वेश्चन करते हैं एट प्रैजेंट जो साडी रिस्ट्रिक्शन खत्म हो रही है तो ऑलमोस्ट 40% इस चैप्टर के विचों कवर हो सकता है। इस करके और ये ज़्यादा डिफिकल्ट चैप्टर लगता है इस करके मैं पहला इनू ही स्टार्ट किया है। इस तो बाद मैं असाइनमेंट और ट्रांसपोर्टेशन के वीडियोज़ भी बनाऊँगा। आई होप थोड़े वास्ते बेनीफिशियल होणगे। इत्थे आपां स्टॉप करते हैं। हाँ थैंक यू वेरी मच। अगर कोई किस तरह की कोई क्वेरी कोई फीडबैक होए तो तुसी कमेंट 'च लिख सकते हैं। थैंक यू वेरी मच।